हाँ जी स्टूडेंट्स, पिछली वीडियो ਦੇ ਵਿੱਚ ਅਸੀਂ ਕਰੈਕਟਰਿਸਟਿਕਸ ਕੀਤੀਆਂ ਨੇ ਸਪੈਸ਼ਲ ਐਜੂਕੇਸ਼ਨ ਦੀਆਂ। ਅੱਜ ਅਸੀਂ ਹੁਣ ਕਰ ਰਹੇ ਹਾਂ ਆਬਜੈਕਟਿਵਸ ਆਫ ਸਪੈਸ਼ਲ ਐਜੂਕੇਸ਼ਨ। ਭਾਵੇਂ ਤੁਹਾਡੇ ਜਿਹੜਾ ਸਪੈਸ਼ਲ ਐਜੂਕੇਸ਼ਨ ਵਾਲਾ ਪਾਠਕ੍ਰਮ ਆ ਉਹਦੇ ਵਿੱਚ ਆਬਜੈਕਟਿਵ ਸ਼ਬਦ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਵਰਤਿਆ ਹੋਇਆ, ਪਰ ਫਿਰ ਵੀ ਅਸੀਂ ਆਬਜੈਕਟਿਵਸ ਨੇ ਜਿਹੜੇ ਇਸ ਸਪੈਸ਼ਲ ਐਜੂਕੇਸ਼ਨ ਦੇ ਉਹ ਕਰਨੇ ਨੇ ਕਿਉਂਕਿ ਇੰਪੋਰਟੈਂਟ ਨੇ। ਤੁਹਾਨੂੰ ਪੇਪਰ ਦੇ ਵਿੱਚ ਸ਼ਾਰਟ ਨੋਟ 'ਚ ਆ ਸਕਦੇ ਨੇ, ਕਿਸੇ ਵੀ ਢੰਗ ਨਾਲ ਜਿਹੜੇ ਆਬਜੈਕਟਿਵਸ ਨੇ ਆ ਸਕਦੇ ਨੇ। ਤਾਂ ਇਸ ਦੇ ਆਬਜੈਕਟਿਵਸ ਕੀ ਨੇ? ਸੇਮ ਆਬਜੈਕਟਿਵ ਐਜ਼ ਦੋਜ਼ ਰੈਗੂਲਰ ਐਜੂਕੇਸ਼ਨ। ਸੇਮ ਆਬਜੈਕਟਿਵਸ ਨੇ ਜਿਹੜੇ ਰੈਗੂਲਰ ਜਿਹੜੇ ਐਜੂਕੇਸ਼ਨ ਪ੍ਰੋਵਾਈਡ ਕਰਨ ਵਾਲੇ ਸਕੂਲ ਨੇ ਜਾਂ ਸੰਸਥਾਵਾਂ ਨੇ ਉਹਨਾਂ ਦੇ ਹੁੰਦੇ ਨੇ। For example, human resource development through providing appropriate education to children, national development, social reconstruction, civic development, vocational efficiency। ਤਾਂ ਇਹ ਜਿਹੜੇ ਉਦੇਸ਼ ਨੇ, ਆਮ ਜਿਹੜੀ ਸਾਡੀ ਜਰਨਲ ਐਜੂਕੇਸ਼ਨ ਆ ਉਸ ਦੇ ਉਦੇਸ਼ ਨੇ, ਇਹੀ ਸਪੈਸ਼ਲ ਐਜੂਕੇਸ਼ਨ ਦੇ ਵੀ ਉਦੇਸ਼ ਨੇ। ਤਾਂ ਸੇਮ ਆਬਜੈਕਟਿਵਸ ਨੇ। ਫਿਰ ਇਹਦੇ ਵਿੱਚ ਜੇ ਅਸੀਂ ਸਪੈਸ਼ਲ ਆਬਜੈਕਟਿਵਸ ਦੀ ਗੱਲ ਕਰੀਏ ਤਾਂ ਕੁਝ ਆਬਜੈਕਟਿਵ ਨੇ ਜਿਹੜੇ ਉਹ ਸਪੈਸ਼ਲ ਵੀ ਨੇ ਇਸ ਤਰ੍ਹਾਂ ਦੀ ਐਜੂਕੇਸ਼ਨ ਦੇ ਵਿੱਚ। ਆਈਡੈਂਟੀਫਿਕੇਸ਼ਨ ਐਂਡ ਅਸੈਸਮੈਂਟ ਆਫ ਸਪੈਸ਼ਲ ਨੀਡਸ ਆਫ ਹੈਂਡੀਕੈਪਡ ਚਿਲਡਰਨ ਐਟ ਅਰਲੀ ਸਟੇਜਿਸ। ਤਾਂ ਸਾਡਾ ਉਦੇਸ਼ ਸਪੈਸ਼ਲ ਐਜੂਕੇਸ਼ਨ ਦਾ ਇਹ ਆ ਕਿ ਜਿਹੜੇ ਸਪੈਸ਼ਲ ਨੀਡਸ ਵਾਲੇ ਬੱਚੇ ਹੁੰਦੇ ਨੇ, ਹੈਂਡੀਕੈਪਡ ਚਿਲਡਰਨ ਹੁੰਦੇ ਨੇ, ਉਹਨਾਂ ਨੂੰ ਸ਼ੁਰੂਆਤੀ ਸਟੇਜ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਆ ਉਹ ਹੋਣੀ ਚਾਹੀਦੀ ਆ ਅਤੇ ਉਹਨਾਂ ਦੀ ਅਸੈਸਮੈਂਟ ਵੀ ਹੋਣੀ ਚਾਹੀਦੀ ਹੈ ਕਿ ਕਿਸ ਲੈਵਲ ਤੋਂ ਉਹ ਸ਼ੁਰੂ ਹੋ ਕੇ ਕਿਸ ਲੈਵਲ ਤੱਕ ਪੜ੍ਹ ਸਕਦੇ ਨੇ। ਫਿਰ ਹੈਗਾ ਇੰਟਰਵੈਂਸ਼ਨ ਟੂ ਪ੍ਰੀਵੈਂਟ ਆ ਹੈਂਡੀਕੈਪਿੰਗ ਕੰਡੀਸ਼ਨ ਫਰੋਮ ਬਿਕਮਿੰਗ ਸੀਰੀਅਸ ਵਨ ਫॉर ਰਿਮੇਡੀਏਸ਼ਨ ਦ ਲਰਨਿੰਗ ਪ੍ਰੋਬਲਮਸ ਐਂਡ ਕੰਪਨਸੇਸ਼ਨ ਬਾਈ ਟੀਚਿੰਗ ਦ ਚਾਈਲਡ ਨਿਊ ਵੇਜ਼ ਟੂ ਡੂਇੰਗ ਥਿੰਗਸ। ਤਾਂ ਇਹ ਬੱਚੇ ਨੂੰ ਹੈਂਡੀਕੈਪਿੰਗ ਕੰਡੀਸ਼ਨਸ ਤੋਂ ਬਚਾਉਣ ਵਾਲੀ ਅਤੇ ਜਿਹੜੀ ਇੱਕ ਸਿਟੀਜ਼ਨ ਦੇ ਰੂਪ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਪਰਸਨ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਆ ਜਿਹੜਾ ਕਿ ਨਵੇਂ ਤਰੀਕਿਆਂ ਨਾਲ ਨਵੀਆਂ ਗੱਲਾਂ ਸਿੱਖੇ। ਫਿਰ ਹੈਗਾ ਕਾਉਂਸਲਿੰਗ ਆਫ ਪੇਰੈਂਟਸ ਅਬਾਊਟ ਦਾ ਪ੍ਰੀਵੈਂਸ਼ਨ ਐਂਡ ਰਿਮੇਡੀਏਸ਼ਨ ਆਫ ਡਿਫੈਕਟਸ। ਜਿਹੜੇ ਪੇਰੈਂਟਸ ਨੇ ਉਹਨਾਂ ਦੀ ਵੀ ਸਲਾਹਕਾਰੀ ਜਿਹੜੀ ਆ ਕਰਨੀ ਚਾਹੀਦੀ ਆ ਜਿਹੜੀ ਇਸ ਤਰ੍ਹਾਂ ਦੇ ਡਿਫੈਕਟਸ ਨੂੰ ਰੋਕਣ ਲਈ ਅਤੇ ਉਹਨਾਂ ਦਾ ਉਪਚਾਰ ਕਰਨ ਲਈ। ਫਿਰ ਹੈਗਾ ਕਮਿਊਨਿਟੀ ਮੋਬਿਲਾਈਜੇਸ਼ਨ ਐਂਡ ਅਵੇਅਰਨੈਸ ਆਫ ਪ੍ਰੋਬਲਮ ਆਫ ਹੈਂਡੀਕੈਪਡ ਚਿਲਡਰਨ ਇਨ ਦੇਅਰ ਐਜੂਕੇਸ਼ਨ। ਜਿਹੜੀ ਸਮੁਦਾਇ ਆ ਉਸ ਨੂੰ ਵੀ ਉਹਦਾ ਵੀ ਇਸ ਖੇਤਰ ਦੇ ਵਿੱਚ ਯੋਗਦਾਨ, ਹੈਂਡੀਕੈਪਡ ਬੱਚਿਆਂ ਦੀਆਂ ਪ੍ਰੋਬਲਮਸ ਲਈ ਉਹਨਾਂ ਨੂੰ ਵੀ ਸੁਚੇਤ ਕਰਨਾ, ਇਹ ਇਸ ਦਾ ਉਦੇਸ਼ ਆ। ਰੀਹੈਬਲੀਟੇਸ਼ਨ ਆਫ ਦਾ ਹੈਂਡੀਕੈਪਡ, ਜਿਹੜੇ ਹੈਂਡੀਕੈਪਡ ਬੱਚੇ ਨੇ ਜਾਂ ਸਟੂਡੈਂਟ ਨੇ ਜਾਂ ਲਰਨਰ ਨੇ ਉਹਨਾਂ ਨੂੰ ਉਹਨਾਂ ਦਾ ਪੁਨਰ ਨਿਵਾਸ ਕਰਾਉਣਾ। ਤਾਂ ਇਸ ਤਰ੍ਹਾਂ ਦੇ ਜਿਹੜੇ ਸਪੈਸ਼ਲ ਐਜੂਕੇਸ਼ਨ ਦੇ ਜਿਹੜੇ ਉਦੇਸ਼ ਨੇ ਉਹ ਨੇ। ਇਸ ਤੋਂ ਬਿਨਾਂ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਆ ਜਿਹੜੀ 1986 ਉਸ ਨੇ ਵੀ ਕੁਝ ਸੁਝਾਅ ਦਿੱਤੇ ਨੇ ਸਪੈਸ਼ਲ ਐਜੂਕੇਸ਼ਨ ਵਾਸਤੇ, ਜਿਵੇਂ ਟੂ ਇੰਟੀਗ੍ਰੇਟ ਦਾ ਫਿਜ਼ੀਕਲੀ ਐਂਡ ਮੈਂਟਲੀ ਹੈਂਡੀਕੈਪਡ ਵਿਦ ਦ ਜਰਨਲ ਕਮਿਊਨਿਟੀ ਐਜ਼ ਇਕੁਅਲ ਪਾਰਟਨਰਸ। ਏਕੀਕਰਨ ਕਰਕੇ ਪੜ੍ਹਾਉਣਾ ਫਿਜ਼ੀਕਲੀ ਮੈਂਟਲੀ ਹੈਂਡੀਕੈਪਡ ਨੇ ਜਿਹੜੇ ਉਹਨਾਂ ਨੂੰ ਜਰਨਲ ਕਮਿਊਨਿਟੀ ਦੀ ਤਰ੍ਹਾਂ। ਫਿਰ ਹੈਗਾ ਟੂ ਪ੍ਰੀਪੇਅਰ ਦੈਮ ਫਾਰ ਨਾਰਮਲ ਗਰੋਥ, ਉਹਨਾਂ ਨੂੰ ਸਧਾਰਨ ਵਾਧੇ ਲਈ ਤਿਆਰ ਕਰਨਾ। ਟੂ ਅਨੇਬਲ ਦੈਮ ਟੂ ਫੇਸ ਲਾਈਫ ਵਿਦ ਕਰੇਜ ਐਂਡ ਕੌਨਫੀਡੈਂਸ, ਉਹਨਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਆਪਣੀ ਜਿਹੜੀ ਲਾਈਫ ਆ ਉਹ ਸੰਪੂਰਨ ਵਿਸ਼ਵਾਸ ਨਾਲ ਜਿਉ ਸਕਣ। ਫਿਰ ਹੈਗਾ ਇਹ ਕਹਿੰਦੇ ਨੇ ਕਿ ਟੂ ਸਮ ਅਪ ਦਾ ਆਬਜੈਕਟਿਵਸ ਆਫ ਸਪੈਸ਼ਲ ਐਜੂਕੇਸ਼ਨ। ਜੇ ਹੁਣ ਸਮ ਅਪ ਕਰੀਏ ਸਾਰੇ ਆਬਜੈਕਟਿਵਸ ਨੂੰ ਸਪੈਸ਼ਲ ਐਜੂਕੇਸ਼ਨ ਦੇ ਨੂੰ ਤਾਂ ਕੀ ਹੁੰਦਾ ਹੈ?
to provide special help to the handicapped people. The special education is designed to teach handicapped people the skill that non-handicapped people normally develop through different or more intensive methods. ਤਾਂ ਜਿਹੜੇ ਹੈਂਡੀਕੈਪਡ ਪੀਪਲ ਨੇ, ਹੈਂਡੀਕੈਪਡ ਲੋਕ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀ ਵਿਸ਼ੇਸ਼ ਸਹਾਇਤਾ ਦੇਣੀ, ਇਸ ਤਰ੍ਹਾਂ ਦੀ ਸਪੈਸ਼ਲ ਜਿਹੜੀ ਵਿਸ਼ੇਸ਼ ਸਿੱਖਿਆ ਹੈ ਉਹ ਤਿਆਰ ਕਰਨੀ, ਤਾਂ ਕਿ ਉਹ ਜਿਹੜੇ ਸਧਾਰਨ ਲੋਕ ਨੇ, ਨੋਰਮਲ ਲੋਕ ਨੇ, ਉਹਨਾਂ ਤੋਂ ਜਿਹੜਾ ਭਿੰਨ ਜਾਂ ਅਲੱਗ ਦੇ ਤਰੀਕਿਆਂ ਨਾਲ ਜਿਹੜੀ ਉਹ ਸਿੱਖਿਆ ਹਾਸਲ ਕਰ ਸਕਣ। ਫਿਰ ਟੂ ਡਿਵੈਲਪ ਐਵਰੀ ਚਾਈਲਡਸ ਐਕਚੁਅਲ ਐਂਡ ਪੋਟੈਂਸ਼ੀਅਲ ਐਬਿਲਿਟੀਜ਼ ਟੂ ਦਾ ਫੁੱਲੈਸਟ ਪੋਸੀਬਲ ਐਕਸਟੈਂਟ। ਤਾਂ ਹਰੇਕ ਬੱਚੇ ਦੀ ਜਿਹੜੀ ਐਕਚੁਅਲ ਮੀਨਜ਼ ਅਸਲ ਅਤੇ ਜਿਹੜੀ ਸਮਰੱਥਾ ਵਾਲੀਆਂ ਜਿਹੜੀਆਂ ਯੋਗਤਾਵਾਂ ਨੇ ਉਹਨਾਂ ਨੂੰ ਵਿਕਸਿਤ ਕਰਨਾ। ਫਿਰ ਹੈਗਾ ਟੂ ਪ੍ਰੋਵਾਈਡ ਫੈਸਿਲਿਟੀਜ਼ ਫਾਰ ਦਾ ਅਲਟੀਮੇਟ ਐਜੂਕੇਸ਼ਨਲ, ਸੋਸ਼ਲ, ਫਿਜ਼ੀਕਲ ਵੈਲ-ਬੀਇੰਗ ਆਫ ਦਾ ਸਟੂਡੈਂਟਸ। ਤਾਂ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਜਿਹੜੀਆਂ ਸਮਾਜਿਕ, ਸਰੀਰਕ ਅਤੇ ਉਹਨਾਂ ਦੇ ਭਲੇ ਲਈ ਹੋਣ। ਫਿਰ ਹੈਗਾ ਟੂ ਹੈਲਪ ਪੀਪਲ ਵਿਦ ਹੈਂਡੀਕੈਪਸ ਟੂ ਲਿਵ and participate in school, at home, into the community as normally as possible. To help the people with handicaps to live and participate. ਤਾਂ ਇਸ ਤਰ੍ਹਾਂ ਦੇ ਜਿਹੜੇ ਹੈਂਡੀਕੈਪ ਪੀਪਲ ਨੇ ਉਹਨਾਂ ਦੀ ਸਹਾਇਤਾ ਕਰਨੀ ਸੁਸਾਇਟੀ ਦੇ ਵਿੱਚ ਸਹੀ ਢੰਗ ਨਾਲ ਰਹਿਣ ਲਈ ਅਤੇ ਪਾਰਟੀਸਪੇਟ ਕਰਨ ਲਈ, ਸਕੂਲ ਦੇ ਵਿੱਚ, ਹੋਮ ਦੇ ਘਰ ਦੇ ਵਿੱਚ ਅਤੇ ਕਮਿਊਨਿਟੀ ਦੇ ਵਿੱਚ ਜਿੰਨੇ ਨੋਰਮਲੀ ਸੰਭਵ ਹੋ ਸਕੇ ਓਨਾ। ਫਿਰ ਹੈਗਾ ਟੂ ਅਸਿਸਟ ਸਟੂਡੈਂਟਸ ਵਿਦ ਹੈਂਡੀਕੈਪਸ ਇਨ ਮਿਨੀਮਾਈਜ਼ਿੰਗ ਦੇਅਰ ਲੈਵਲ ਆਫ ਇੰਡੀਪੈਂਡੈਂਟ ਫੰਕਸ਼ਨਿੰਗ ਇਨ ਅ ਨੋਰਮਲਾਈਜ਼ਡ ਇਨਵਾਇਰਮੈਂਟ। ਤਾਂ ਇਸ ਤਰ੍ਹਾਂ ਦਾ ਉਦੇਸ਼ ਤਾਂ ਕਿ ਉਹ ਬੱਚੇ ਇੰਡੀਪੈਂਡੈਂਟ ਜਿਹੜੇ ਕੰਮ ਕਾਰ ਨੇ ਆਪਣੇ ਕਰ ਸਕਣ ਅਤੇ ਨੋਰਮਲ ਜਿਹੜੀ ਇਨਵਾਇਰਮੈਂਟ ਦੇ ਵਿੱਚ ਰਹਿ ਸਕਣ, ਇਸ ਤਰ੍ਹਾਂ ਦਾ ਉਦੇਸ਼ ਆ। ਫਿਰ ਟੂ ਮੂਵ ਐਕਸੈਪਸ਼ਨਲ ਚਿਲਡਰਨ ਇਨ ਦਾ ਡਾਇਰੈਕਸ਼ਨ ਆਫ ਲੀਸਟ ਰਿਸਟ੍ਰਿਕਟਿਵ ਐਨਵਾਇਰਮੈਂਟ। ਜਿਹੜੇ ਐਕਸੈਪਸ਼ਨਲ ਚਿਲਡਰਨ ਹੁੰਦੇ ਨੇ, ਪਿਛੜੇ ਹੋਏ ਬੱਚੇ ਹੁੰਦੇ ਨੇ, ਸਪੈਸ਼ਲ ਕੈਟਾਗਰੀ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਜਿਹੜੇ ਬੰਧਨ ਨੇ ਤਾਂ ਉਹਨਾਂ ਨੂੰ ਉਹ ਚੀਜ਼ ਆ ਜਿਹੜੀ ਉਹ ਘਟਾਉਣੀ ਚਾਹੀਦੀ ਆ, ਸਮਾਜ ਦੇ ਵਿੱਚ ਖੁੱਲ੍ਹੇ ਤੌਰ 'ਤੇ ਉਹ ਰਹਿ ਸਕਣ। ਫਿਰ ਹੈਗਾ ਟੂ ਪ੍ਰੋਵਾਈਡ ਇੰਪਲਾਇਮੈਂਟ ਆਪਸ਼ਨਸ ਫਾਰ ਹੈਂਡੀਕੈਪਡ ਯੰਗ ਅਡਲਟ। ਇੰਪਲਾਇਮੈਂਟ ਆਪਸ਼ਨ ਦੇਣ ਲਈ ਜਿਹੜੀ ਆ ਸਿੱਖਿਆ ਇਸ ਤਰ੍ਹਾਂ ਦੀ ਦਿੱਤੀ ਜਾਣੀ ਚਾਹੀਦੀ ਆ। ਟੂ ਪ੍ਰੋਵਾਈਡ ਕਾਉਂਸਲਿੰਗ ਫਾਰ ਸਟੂਡੈਂਟਸ ਐਂਡ ਫੈਮਲੀਜ਼ ਇਨ ਦਾ ਇੰਪਰੂਵਿੰਗ ਐਡਜਸਟਮੈਂਟ। ਜਿਹੜੀਆਂ ਫੈਮਲੀਜ਼ ਨੇ ਅਤੇ ਸਟੂਡੈਂਟਸ ਨੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਪ੍ਰੋਪਰ ਐਡਜਸਟਮੈਂਟ ਕਰ ਸਕਣ। ਫਿਰ ਹੈਗਾ ਟੂ ਪ੍ਰੋਵਾਈਡ ਸਪੈਸ਼ਲ ਐਫਰਟਸ ਟੂ ਇੰਪਰੂਵ ਕਗਨੀਟਿਵ ਫੰਕਸ਼ਨਿੰਗ ਟੂ ਮਿਨੀਮਾਈਜ਼ ਕਗਨੀਟਿਵ ਲੈਗ। ਜਿਹੜੇ ਬੌਧਿਕ ਉਹ ਹੁੰਦਾ, ਗਿਆਨਾਤਮਕ ਜਿਹੜਾ ਖਾਪਾ ਹੁੰਦਾ, ਉਸ ਨੂੰ ਭਰਨ ਲਈ ਸਪੈਸ਼ਲ ਐਫਰਟਸ ਨੇ ਜਿਹੜੇ ਉਹਨਾਂ ਨੂੰ ਕਰਨ ਦੀ ਜ਼ਰੂਰਤ ਆ। ਤਾਂ ਇਹ ਜਿਹੜੇ ਨੇ ਓਬਜੈਕਟਿਵਜ਼ ਨੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੱਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਅਗਲਾ ਟੌਪਿਕ ਕਰਾਂਗੇ। ਓਕੇ, ਥੈਂਕਸ।